और स्वागत करते हैं रील स्टेट का कोई सवाल पीके सब्रवाल। पीके जी ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਸਰ। ਵੈਲਕਮ। थैंक यू वेरी मच जी एंड गुड मॉर्निंग टू ऑल अवर लिसनर्स जी। गुड मॉर्निंग सर। ਓਪਨਿੰਗ ਸਟੇਟਮੈਂਟ ਸਭ ਤੋਂ ਪਹਿਲਾਂ ਮੈਂ ਮੋਂਗਾ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਂਦੇ ਰੀਅਲ ਸਟੇਟ ਦੇ ਉੱਤੇ ਲੈ ਕੇ ਜਾਣਾ ਇਸ ਗੱਲ ਨੂੰ ਕਿ ਇੰਟਰਸਟ ਰੇਟ ਜਿਹੜੇ ਵੱਧ ਰਹੇ ਨੇ ਔਰ ਇੰਟਰਸਟ ਵਧਣ ਦਾ ਕਾਰਨ ਕਿਉਂਕਿ ਇਨਫਲੇਸ਼ਨ ਕਾਬੂ ਨਹੀਂ ਆ ਰਹੀ। ਲੇਕਿਨ ਇਹ ਇੱਕ ਗੱਲ ਨਾਲ ਦੱਸਣਾ ਚਾਹਾਂਗਾ ਕਿ 78% ਆਫ ਦਾ ਕੈਨੇਡੀਅਨ ਜਿਹੜੇ ਹੈਗੇ ਨੇ ਉਹਨਾਂ ਦਾ ਅਜੇ ਤੱਕ ਲੋ ਇੰਟਰਸਟ ਰੇਟ ਚੱਲ ਰਿਹਾ 3% ਔਰ 78 ਉਹਨਾਂ ਦੀ ਸਭ ਦੀ ਰਿਨਿਊਅਲ ਆ ਰਹੀ ਹੈ ਔਰ ਔਨ ਐਨ ਐਵਰੇਜ अगर 8 ਲੱਖ ਦੀ ਮਾਰਗੇਜ ਮਨੀ ਚਲੇ ਤਾਂ 800 ਤੋਂ ਲੈ ਕੇ $1100 ਇਹਨਾਂ ਦਾ ਪਰ ਮੰਥ ਵਧਣ ਵਾਲਾ ਅਜੇ ਤੇ ਹੋਣਾ ਹੈ। ਔਰ ਉਤੋਂ ਇਹ ਜਿਹੜਾ ਹੋਰ ਇੰਟਰਸਟ ਵਧ ਰਿਹਾ ਹੈ ਤੇ ਮੈਂ ਅਜੇ ਐਡ ਹੀ ਨਹੀਂ ਕੀਤਾ। ਔਰ ਇਹ ਜਿਹੜਾ ਮਾਰਗੇਜ ਐਕਸਟਰਾ ਹੈਗਾ ਔਨ ਟੌਪ ਆਫ ਇਨਫਲੇਸ਼ਨ ਜਿਹੜੀ ਕਿ ਬੜੀ ਵਧੀਆ ਗੱਲ ਮੋਂਗਾ ਸਾਹਿਬ ਕਹਿ ਰਹੇ ਨੇ ਉਹ ਇਨਫਲੇਸ਼ਨ ਦਾ ਬਰਡਨ ਅਲੱਗ ਹੈ ਬੜਾ ਜ਼ਬਰਦਸਤ। ਜਦ ਤੱਕ ਗੌਰਮੈਂਟ 40% ਈਅਰ ਅਮੋਰਟਾਈਜੇਸ਼ਨ ਨਹੀਂ ਲੈ ਕੇ ਆਏਗੀ ਇਹਨੂੰ ਸੋਲਵ ਕਰਨ ਵਾਸਤੇ ਇਹ ਪ੍ਰੋਬਲਮ ਬੜੀ ਗੰਭੀਰ ਹੁੰਦੀ ਜਾ ਰਹੀ ਹੈ ਸਰ। ਇਹ ਤੇ ਹੋ ਗਿਆ ਇੱਕ ਪਾਸੋਂ। ਦੂਜੇ ਪਾਸੇ ਸਪਲਾਈ ਵੱਲੋਂ ਅਗਰ ਗੱਲ ਕਰੀਏ ਤੇ ਸੇਲ ਜਿਹੜੀ ਹੈਗੀ ਉਹ 0.9% ਜਿਹੜੀ ਇਹ ਜੰਪ ਹੈ ਮੈਂ ਪਿਛਲੀ ਵਾਰ ਜਿਹੜਾ ਦੱਸਿਆ ਸੀਗਾ ਪ੍ਰਾਈਸ ਐਵਰੇਜ 0.9% ਜੰਪ ਹੈ ਔਰ ਸੇਲ 11% ਜੰਪ ਹੈ ਜਿਹੜਾ ਮੈਂ ਦੱਸਿਆ ਸੀਗਾ। ਲੇਕਿਨ ਉਹਦੇ ਅੰਦਰ ਵੀ ਪ੍ਰੋਬਲਮ ਆਉਣ ਵਾਲੀ ਹੈ ਕਿਉਂਕਿ ਹਾਊਸਿੰਗ ਸਟਾਰਟ 3% ਡਾਊਨ ਹੈਗੇ ਅਗਸਤ ਦੇ ਅੰਦਰ। ਮਤਲਬ ਬਹੁਤ ਹੀ ਕਨਫਿਊਜ਼ਿੰਗ ਸਟੇਟ ਆਫ ਅਫੇਅਰ ਹੈ ਸਰ। ਸ਼ਾਰਟੇਜ ਆਫ ਇਨਵੈਂਟਰੀ, ਉਤੋਂ ਇੰਟਰਸਟ ਰੇਟ ਦੀ ਮਾਰ ਹੈ, ਉਤੋਂ स्ट्रेस टेस्ट वास्ते क्लियर कहता है सरकार ने, गवर्नमेंट सरकार नहीं कहूँगा बैंक ऑफ कैनेडा ने क्लियर कहता है ये वास्ते वी आर नॉट इवन थिंकिंग अभी सोच भी नहीं रहे। स्ट्रेस टेस्ट रहेगा बस चैप्टर क्लोज पर कितना रहेगा किस तरह रहेगा ये उत्ते शायद एडजस्टमेंट हो सकती है जी। ਠੀਕ ਹੈ ਜੀ ਠੀਕ ਹੈ। ਔਰ ਹੁਣ ਗੱਲ ਕਰਦੇ ਹਾਂ ਜੀ ਪੀਕੇ ਜੀ। ਅੱਜ ਦੀ ਇੱਕ ਰਿਪੋਰਟ ਆਈ ਹੈ ਨਵੀਂ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਜਿਹੜੇ ਲੋਕ ਘਰ ਖਰੀਦ ਰਹੇ ਨੇ ਔਰ ਜਿਹੜੇ ਲੋਕ ਰੈਂਟ ਤੇ ਲੈ ਰਹੇ ਨੇ ਰੈਂਟ ਤੇ ਰਹਿਣ ਵਾਲੇ ਦੀ ਤਾਦਾਦ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈਗੀ ਹੈ। ਹਾਂਜੀ ਰੈਂਟ ਤੇ ਰਹਿਣ ਵਾਲੇ ਦੀ ਤਾਦਾਦ ਬਹੁਤ ਤੇਜ਼ੀ ਨਾਲ ਕੈਨੇਡਾ ਵਿੱਚ ਵੱਧ ਰਹੀ ਹੈ। ਰੈਂਟ ਦੇ ਵਿੱਚ ਬਹੁਤ ਲੋਕੀ ਘਰ ਨਹੀਂ ਲੈ ਪਾ ਰਹੇ ਸਰ ਉਹ ਰੈਂਟ ਤੇ ਜਾ ਰਹੇ ਨੇ ਔਰ ਰੈਂਟ ਤੇ ਜਾ ਰਹੇ ਨੇ ਤਾਂ ਉੱਥੇ ਇੰਨੀ ਜ਼ਬਰਦਸਤ ਰੈਂਟ ਵੱਧ ਗਿਆ ਹੈਗਾ ਕਿ ਉਹ ਰੈਂਟ ਤੇ ਨਹੀਂ ਲੈ ਪਾ ਰਹੇ। ਬੜੀ ਪ੍ਰੋਬਲਮ ਆ ਰਹੀ ਹੈ। ਪਹਿਲੇ ਅਸੀਂ ਇਹ ਸੋਚਦੇ ਸੁਣਦੇ ਹੁੰਦੇ ਸੀਗੇ ਥੋੜੇ ਸਾਲ ਪਹਿਲੇ 1.5 ਸਾਲ ਪਹਿਲੇ ਕਿ ਕੋ ਓਨਰਸ਼ਿਪ ਮਿਲ ਕੇ ਘਰ ਖਰੀਦ ਰਹੇ ਨੇ ਕਿਉਂਕਿ ਘਰ ਨਹੀਂ ਖਰੀਦ ਪਾ ਰਹੇ। ਹੁਣ ਅਸੀਂ ਪਤਾ ਕੀ ਸੁਣ ਰਹੇ ਹਾਂ ਜੀ ਕੋ ਰੈਂਟਲਸ਼ਿਪ ਰੈਂਟ ਕੋ ਲੀਜ਼ਿੰਗ ਮਿਲ ਕੇ ਦੋ ਕਪਲ 4 ਬੰਦੇ ਮਿਲ ਕੇ ਰੈਂਟ ਤੇ ਲੈ ਰਹੇ ਨੇ। ਇਹ ਨਵੀਂ ਸਟੋਰੀ ਆ ਰਹੀ ਹੈ ਮੇਰੇ ਸਾਹਮਣੇ ਆਈਆਂ ਨੇ ਕਿਉਂਕਿ ਮੇਰੇ ਏਜੰਟ ਪੁੱਛਦੇ ਨੇ ਸਰ ਇਹਦਾ ਐਗਰੀਮੈਂਟ ਕਿਸ ਤਰ੍ਹਾਂ ਬਣਾਈਏ ਇਹਦਾ ਕੀ ਪਾਈਏ ਕੀ ਨਹੀਂ ਪਾਈਏ। ਮੇਰੇ ਸਾਹਮਣੇ ਇੱਕ ਕੇਸ ਆ ਗਏ ਨੇ 2 ਯੰਗ ਕਪਲਸ ਸਟੇਇੰਗ ਟੂਗੇਦਰ 2 ਬੈਡਰੂਮ ਵਾਲਾ ਲੈ ਕੇ ਰਹਿ ਰਹੇ ਨੇ ਕਿਉਂਕਿ 1 ਬੈਡਰੂਮ ਔਰ 2 ਬੈਡਰੂਮ ਅੰਦਰ ਸਿਰਫ $500 ਦਾ ਫਰਕ ਹੈ। ਉਹ ਕਹਿੰਦੇ ਨਹੀਂ ਸਾਨੂੰ ਤਾਂ 2 ਬੈਡਰੂਮ ਵਾਲੇ ਇਕੱਠਾ ਲੈ ਲੈਣੇ ਆ ਯਾਰ ਬਲਕਿ ਇੱਕ ਬੱਚੇ ਵਾਲੇ ਵੀ ਨਾਲ ਇਕੱਠੇ ਰਹਿ ਰਹੇ ਨੇ। ਹੁਣ ਕੋ ਲੀਜ਼ਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇੰਨੀ ਜ਼ਿਆਦਾ ਪਰੇਸ਼ਾਨੀ ਹੋ ਚੁੱਕੀ ਹੈ 1 ਬੈਡਰੂਮ ਵਾਲਾ ਲੈਣਾ ਬੜਾ ਔਖਾ ਹੋ ਗਿਆ। आई डोंट नो जब तक ਇਹਦੇ ਉੱਤੇ ਕੋਈ ਐਕਸ਼ਨ ਸਟਰੋਂਗ ਨਹੀਂ ਹੋਏਗਾ। ਕਹਿ ਕਰ ਤਾਂ ਰਹੇ ਨੇ ਸਰ ਕਿ ਇਨਵੈਂਟਰੀ ਲੈ ਕੇ ਆ ਰਹੇ ਨੇ ਬਲਾ 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 ਟੂ ਲੇਟ ਟੂ ਫॉर ਗੈਟ ਗੁੱਡ ਰਿਜ਼ਲਟ। ਦੇਖੋ ਕੀ ਹੁੰਦਾ ਜੀ। ਠੀਕ ਹੈ ਜੀ। ਹਾਂਜੀ ਪੰਕਜ ਜੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਕੋਨਮੀ ਜਿਹੜੀ ਹੈ ਇਸ ਸਾਲ ਔਰ ਅਗਲੇ ਸਾਲ ਕੁਝ ਚੈਲੰਜਸ ਆ ਸਕਦੇ ਨੇ ਅਮਰੀਕਨ ਇਕੋਨਮੀ ਨੂੰ ਵਰਲਡ ਇਕੋਨਮੀ ਨੂੰ ਔਰ ਕੈਨੇਡਾ ਦੇ ਸਾਹਮਣੇ ਵੀ ਚੈਲੰਜਸ ਆ ਸਕਦੇ ਨੇ। ਕੀ ਕਹੋਗੇ ਇਕਨੋਮਿਕ ਫਰੰਟ ਦੇ ਉੱਤੇ ਤੁਹਾਡਾ ਕੀ ਕਹਿਣਾ? ਬਿਲਕੁਲ ਹੈਗਾ ਸਾਨੂੰ ਹਲੇ ਚੈਲੰਜਸ ਹੈਗੇ ਨੇ ਹਰ ਜਗ੍ਹਾ ਤੇ ਚੈਲੰਜਸ ਕਿਉਂਕਿ ਜੋ ਵੀ ਹਲੇ ਵੀ ਡਿਸਟਰਕਸ਼ਨ ਜਿਹੜੀ ਚੱਲਦੀ ਪਈ ਹੈ ਇਨਫਲੇਸ਼ਨ ਦੀ ਵਜ੍ਹਾ ਨਾਲ। ਇਨਫਲੇਸ਼ਨ ਦਾ ਸਿਰਫ ਕੈਨੇਡਾ ਹੀ ਨਹੀਂ ਹੈ ਜੋ ਇਸ ਪ੍ਰੋਬਲਮ ਚ ਇਟਸ ਅ ਗਲੋਬਲ ਫਿਨੋਮੀਨਾ ਬੇਸਿਕਲੀ ਦੇਖਿਆ ਜਾਵੇ ਤਾਂ। ਸੋ ਹੁਣ ਜਿਵੇਂ ਇੰਟਰਸਟ ਰੇਟ ਅੱਜ ਜਿਵੇਂ ਹੁਣ ਫੇਰ ਵਧੇਗਾ 0.75 US। ਸੋ ਵੀ ਆਰ ਗੋਇੰਗ ਸਲੋਲੀ ਅਗਰ ਇਨਫਲੇਸ਼ਨ ਨੀਚੇ ਨਹੀਂ ਆ ਰਹੀ ਹੈ ਤਾਂ ਵੀ ਆਰ ਗੋਇੰਗ ਸਲੋਲੀ ਟੁਵਰਡਸ ਰਿਸੈਸ਼ਨ ਓਨਲੀ। ਔਰ ਰਿਸੈਸ਼ਨ 'ਚ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਅਗਰ ਤਾਂ 2023 'ਚ ਆ ਜਾਵੇ then we will be a smaller recession like ਥੋੜੇ ਟਾਈਮ ਰਿਸੈਸ਼ਨ 'ਚ ਰਹਿ ਕੇ ਅਸੀਂ ਬਾਹਰ ਆ ਜਾਵਾਂਗੇ। ਅਗਰ ਇਨਫਲੇਸ਼ਨ ਪਰਸਿਸਟ ਕਰਦੀ ਰਹੀ ਔਰ ਇਹਨਾਂ ਨੂੰ ਇੰਟਰਸਟ ਰੇਟ ਹੋਰ ਵਧਾਉਣਾ ਹੀ ਪਿਆ ਔਰ 2023 'ਚ ਅਸੀਂ ਰਿਸੈਸ਼ਨ 'ਚ ਨਹੀਂ ਗਏ ਤਾਂ 2024 ਮਾਈਟ ਬੀ ਅ ਬਿਗ ਰਿਸੈਸ਼ਨ। ਫਿਰ ਉਹ ਇੱਕ ਹੋਰ ਵੱਡਾ ਕਿਉਂਕਿ ਉਹਨਾਂ ਨੇ ਇੰਟਰਸਟ ਰੇਟ ਹੋਰ ਉੱਪਰ
लेके चला जाना है अगर इस तरह, क्योंकि दोनों बैंक अगर तुसी US ਨੂੰ ਦੇਖੋ, बैंक ऑफ कैनेडा ਨੂੰ ਦੇਖੋ, यूरोप ਨੂੰ ਦੇਖੋ, ਇਹ ਸਾਰੇ ਆਪਦੇ ਉਸ ਗੱਲ ਤੇ ਅੜੇ ਹੋਏ ਨੇ ਕਿ 2% ਲਿਆਣੀ ਹੈ, ਉਹਨਾਂ ਦਾ ਟਾਰਗੇਟ ਹੈ 2%। ਸੋ 2% ਅਗਰ ਉਹਨਾਂ ਨੇ ਇਨਫਲੇਸ਼ਨ ਲਿਆਣੀ ਹੈ, ਚਾਹੇ ਉਹ ਸੌਫਟ ਲੈਂਡਿੰਗ ਨਾਲ ਆ ਜਾਵੇ, ਚਾਹੇ ਰਿਸੈਸ਼ਨ ਨਾਲ ਆ ਜਾਵੇ, ਸੋ ਚਾਂਸਸ ਆਰ ਨਾਓ ਮੋਰ। ਪਹਿਲਾਂ ਜਿਵੇਂ ਚੱਲ ਰਿਹਾ ਸੀ ਨਾ ਵੀ ਹੋ ਸਕਦਾ ਅਸੀਂ ਸੌਫਟ ਲੈਂਡਿੰਗ ਕਰ ਦਈਏ, ਲੇਕਿਨ ਹੁਣ ਚਾਂਸਸ ਇਹ ਹੋ ਗਏ ਨੇ ਕਿ ਮੈਂ ਕਹਾਂਗਾ 70% ਚਾਂਸਸ I will go with recession and 30% soft lending। So क्योंकि इंटरेस्ट रेट बढ़ता चला जा रहा है, so प्रॉब्लम तो आ रही है सर, दिखती पई है, लेकिन देखते हैं अगर ये बचा जाते हैं तो बचा जाते हैं, अदरवाइज US is looking like to looks like it's going towards recession more than Canada। जी इस बीच जी सर मैं इस ते गल करना चाहांगा जी। पिछली बार जो मैं न्यूट्रल रेट की गल की सी कि मिडल ऑफ 23 तक वो कह रहे हैं कि दे विल ब्रिंग इट डाउन टू अगेन न्यूट्रल रेट ऑफ 3%। तो मैंने कई ने पूछा जी 2-3 मैसेज आए ने थोड़े चैनल के थ्रू कि भई न्यूट्रल रेट की हैगा। मैं क्लियर करना चाहूंगा कि इस वक्त न्यूट्रल रेट ही चल रहा है 3.25%। इट इज ओवरनाइट रेट नॉट द प्राइम। मैं इस करके क्या सीगा क्योंकि हुणे वध रहे हैं अगे और ते वध के 4 तक चला जाएगा तो अल्टीमेटली ये टारगेट ऐसा लग रहा है कि अगले साल मिडल तक दोबारा 3.25% तक न्यूट्रल रेट बने जाता है ओवरनाइट रेट। तो वो अगले साल फिर इन्हू वापस लियान दी करनगे। ਇਹਦੇ ਉੱਤੇ मैं थोड़ी कन्फ्यूजन दूर करना चाहता सीगा क्योंकि 2-3 ਬੰਦੇ ਨੇ ਪੁੱਛਿਆ ਸੀ ਇਹ ਕੀ ਹੁੰਦਾ ਹੈਗਾ ਜੀ। ਸਰ ਆਪਣੇ ਇਲੈਕਟ੍ਰਿਕ ਵਹੀਕਲਸ ਜਿਹੜੀਆਂ ਹੈਗੀਆਂ ਪੰਕਜ ਮੋਂਗਾ ਜੀ, ਇਹ ਉਹ ਕਹਿ ਰਹੇ ਨੇ ਕਿ ਇਹਦੇ ਨਾਲ ਤਕਰੀਬਨ 2-2.5 ਲੱਖ ਨੌਕਰੀਆਂ ਕ੍ਰੀਏਟ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਔਰ $50 ਬਿਲੀਅਨ ਸਾਲ ਦਾ ਕੈਨੇਡਾ ਨੂੰ ਇਕੋਨਮੀ ਨੂੰ ਐਡ ਕਰੇਗਾ, ਜਿਹੜਾ ਇਲੈਕਟ੍ਰਿਕ ਵਹੀਕਲਸ ਦਾ ਜਿਹੜਾ ਸੈਕਟਰ ਹੈ ਇਹ ਜਿਸ ਤੇਜ਼ੀ ਦੇ ਨਾਲ ਗਰੋ ਕਰ ਰਿਹਾ ਹੈ। ਜੀ बिल्कुल जसवीर जी, क्योंकि नवी चीज़ा ये तो नवी आ ही रही है कार अगर कैनेडा जिवें कोशिश कर ही रहा है जिहड़ा कि भी प्लांट इत्थे लगाए जाने जो भी बनाने की, क्योंकि असीं बहुत पिछले दिनों तो ध्यान होगा पिछले 10 सालों असीं मेरे ख्याल इस इंडस्ट्री ऑटो इंडस्ट्री बहुत ज़्यादा जॉब लूज कर चुके हैं। बहुत सारिया चीज़ां इत्थों ओशवा बंद हो गया जी, ये बंद हो गया जी, असीं यही न्यूज़ सुनते रहे थे पिछले 10 सालों तो कितनियां जॉब्स लूज कीतियां ने। हुण अगर कोई इंडस्ट्रीज ऑटो इंडस्ट्रीज अगर इलैक्ट्रिक कार की साडे इत्थे आनी शुरू हो जाए, लगनी शुरू हो जाए, तो जॉब्स वापस आनी है तो पैसा भी बनेगा। सो आई थिंक दिस इज अ वेरी गुड थिंग। अगर साडी कंट्री लगी भी हुई है वैसे तो मेरे ख्याल सारे जिहड़ी सरकार है, चाहे प्रोविंशियल ले लो चाहे फेडरल ले लो, सारे ही लगे हुए ने इस कोशिश की लिया जाए उन्होंने। ठीक है उन्होंने पैसा देना पेगा, जो भी उन्होंने सहूलतां देनियां पैणगियां, लेकिन दे आर क्रिएटिंग द जॉब्स। ठीक है जी सर। पीके जी ਤੁਹਾਡੇ ਵੱਲ ਆਵਾਂਗਾ। ਮਹਿੰਗਾਈ ਦੇ ਕੱਲ ਨੰਬਰ ਆਏ ਸੀਗੇ ਇਸ ਹਫਤੇ, ਜਿਹੜੇ ਨੰਬਰ ਆਏ ਨੇ ਬੈਂਕ ਆਫ ਕੈਨੇਡਾ ਕਹਿ ਰਿਹਾ ਕਿ ਠੀਕ ਹੈ ਪਹਿਲਾਂ ਨਾਲੋਂ ਘਟ ਗਈ ਹੈ ਮਹਿੰਗਾਈ ਕੈਨੇਡਾ ਵਿੱਚ, ਨਿਗਾਹ ਉਹਨਾਂ ਨੇ ਰੱਖੀ ਹੋਈ ਹੈ। ਓਵਰਆਲ ਬੈਂਕ ਆਫ ਕੈਨੇਡਾ ਇੰਟਰਸਟ ਰੇਟ, ਇਨਫਲੇਸ਼ਨ, ਰੀਅਲ ਸਟੇਟ ਦੇ ਪੱਖੋਂ ਦੱਸੋ ਜੀ, ਰੀਅਲ ਸਟੇਟ ਤੇ ਕੀ ਅਸਰ ਹੁੰਦਾ ਨਜ਼ਰ ਆ ਰਿਹਾ? चलो जी नेगेटिव असर है जी, बिल्कुल जब बाइंग ही नहीं हो पाएगी तो नेचुरली प्राइस थले जाणगे। अगर बाइंग नहीं होएगी, ਅਸੀਂ ਕਹਿ ਰਹੇ कि इंटरस्ट रेट का हुण भी असर न्यूट्रल हो सकता है, इनू अवॉइड किया जा सकता है अगर इसकी अप्रूवल जी हैगी अगर स्ट्रेस टेस्ट ਨੂੰ अगर ठीक करता जाए। सिंपल जी गल है, देखो पहले 5.25 ਸੀਗਾ, ਉਹ ਸੀਗਾ ਜਿਸ ਰੇਟ ਤੇ ਤੁਹਾਨੂੰ ਮਿਲਦਾ ਸੀ ਉਹਦੇ ਤੇ 2% ਐਡ ਕਰ ਦਿੰਦੇ ਸੀਗੇ, ਔਰ 5.25 which was higher। ਹੁਣ ਕੀ ਹੈਗਾ, ऑलरेडी 5.25 क्रॉस कर गया हैगा, उदे तो तुसीं 2% फिर ऐड कर रहे हो। एक बंदा 5.25 दे नहीं पा रहा, उत्तों तुसीं 2% होर ऐड करता, 7.25 हो गया, अप्रूवल तो बिल्कुल ही खत्म हो गई ना जी उसदी। ते एटलीस्ट जब तुहानूं पता है कि ਇਹ लास्ट रेट्स ने ਇਹਦੇ ਉੱਤੇ ਹੋਰ ਨਹੀਂ ਵਧਣਗੇ, ਹਾਰਡਲੀ ਸਪੋਜ਼ ਇਹਦੇ ਉੱਤੇ 2 ਵਾਰ ਹੋਰ ਵਧ ਜਾਂਦਾ, ਤੁਸੀਂ ਉਹਨੂੰ ਐਡ ਕਰ ਲਓ ਚਲੋ, ਜਾਂ ਅਗਰ ਫਾਈਨਲ ਰੇਟ ਆ ਜਾਂਦਾ ਤਾਂ ਉਹਦੇ ਉੱਤੇ ਨਾ ਐਡ ਕਰੋ, ਸਟ੍ਰੈਸ ਪਾ ਦੇ ਵੀ ਜਾਂ 0.5% ਐਡ ਕਰਦੇ, 2% ਐਡ ਕਰਨ ਦਾ ਕੀ ਮਤਲਬ ਹੈ? ਯੈਸ ਤੁਹਾਡੀ ਜਿਹੜੀ ਗੱਲ ਹੈਗੀ ਇਹਦਾ ਕੀ ਅਸਰ ਪਏਗਾ? ਨੈਗੇਟਿਵ ਅਸਰ ਪਏਗਾ ਜੀ, ਬਹੁਤ ਜ਼ਿਆਦਾ ਜੀ। ਠੀਕ ਹੈ ਜੀ। ਹਾਂਜੀ ਕਰਮਵੀਰ ਸ਼ੇਰਗਿੱਲ ਜੀ, ਨੈਕਸਟ ਕਾਲ ਕਰਮਵੀਰ ਸ਼ੇਰਗਿੱਲ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਜੋਧਵੀਰ ਜੀ, ਸਤਿ ਸ਼੍ਰੀ ਅਕਾਲ ਮੰਗਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਪਹਿਲਾਂ ਤਾਂ ਮੈਂ ਇਲੈਕਟ੍ਰਿਕ ਵਾਹੀਕਲ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੋਧਵੀਰ ਜੀ, ਵੀ ਜੋਬਾਂ ਵਧਣਗੀਆਂ, ਮੈਨੂੰ ਨਹੀਂ ਲੱਗਦਾ ਵੀ ਇੰਨੀਆਂ ਜੋਬਾਂ ਉਹਦੇ ਵਿੱਚ ਜ਼ਿਆਦੀਆਂ ਵਧਣਗੀਆਂ। ਉਹਦਾ ਕਾਰਨ ਤਾਂ ਇੱਕ ਵੱਡਾ ਇਹ ਆ, ਹੁਣ ਜਿੰਨਾ ਕੁਛ ਗੱਡੀ ਦੇ ਵਿੱਚ ਇਸ ਵੇਲੇ ਲੱਗ ਰਿਹਾ, ਜੇ ਇਲੈਕਟ੍ਰਿਕ ਕਾਰ ਆ ਉਹ ਅੱਧਾ ਸਮਾਨ ਲੱਗ ਰਿਹਾ ਉਹਦੇ ਵਿੱਚ, ਜੋਬਾਂ ਕਿੱਦਾਂ ਵਧਣਗੀਆਂ? ਅਸੀਂ ਟਰਾਂਸਮਿਸ਼ਨ ਨਹੀਂ, ਕੋਈ ਇੰਜਨ ਨਹੀਂ, ਕੋਈ ਹੋਰ ਚੀਜ਼ ਨਹੀਂ, ਤੀਜੀ ਨਹੀਂ। ਹੁਣ ਮੇਰੇ ਤੋਂ ਤਾਂ ਹੈਗੀ ਆ ਗੱਡੀ, ਮੈਂ ਦੇਖਦਾ ਉਹਦੇ ਵਿੱਚ
ਲੱਗਾ ਹੀ ਕੱਖ ਨਹੀਂ, ਇੱਕ ਬੈਟਰੀਆਂ ਆ, ਬਾਕੀ ਇੱਕ ਬੋਡੀ ਆ, ਰਾਈਟ, ਤੇ ਇੱਕ ਲਾਈਕ ਕੰਪਿਊਟਰ ਵਾਲਾ ਸਿਸਟਮ ਆ, ਤੇ ਚਲੋ ਜੀ ਗੱਡੀ ਦੜਾਈ ਚੱਲੋ। ਹੁਣ ਮੈਨੂੰ ਨਹੀਂ ਲੱਗਦਾ ਵੀ ਜੇ ਆਪਾਂ ਦੂਜੀਆਂ ਗੱਡੀਆਂ ਦੇਖੀਏ ਤੇ ਉਹਨਾਂ ਦੇ ਵਿੱਚ ਕਿੰਨੇ ਪਾਰਟ ਲੱਗਦੇ ਸੀ, ਕਿੰਨੀਆਂ ਆਪਣੀਆਂ ਕੰਪਨੀਆਂ ਸੀ ਇੱਥੇ ਨਿੱਕੇ ਨਿੱਕੇ ਪਾਰਟ ਬਣਾਉਣ ਡਈਆਂ ਸੀਗੀਆਂ, ਜਿਹੜੀਆਂ ਇੰਜਣਾਂ ਦੇ ਵਿੱਚ ਕਿੰਨੇ ਪਾਰਟ ਲੱਗਦੇ ਸੀਗੇ ਨਾ, ਟਰਾਂਸਮਿਸ਼ਨ ਦੇ ਵਿੱਚ, ਜਾਂ ਉਹ ਆਇਲ ਵਾਲੇ ਪੈਨ ਲਾ ਲਓ ਜਾਂ ਕੁਛ ਵੀ ਆ, ਉਹ ਸਾਰਾ ਕੁਝ ਤਾਂ ਖਤਮ ਹੋ ਗਿਆ। ਜੋਬਾਂ ਕਿੱਦਾਂ ਵਧਣਗੀਆਂ, ਮੈਂ ਇਸ ਗੱਲ ਤੇ ਕਨਫਿਊਜ਼ ਆ। ਚਲੋ ਮੰਗਾ ਜੀ ਇਹਦਾ ਜਵਾਬ ਦੇਣਗੇ। ਸੈਕਿੰਡ, ਮੈਂ ਆਉਣਾ ਚਾਹੁੰਦਾ ਆਪਣੀ ਜਿਹੜੀ ਤੁਹਾਡੀ ਗੱਲ ਵੀ ਚੱਲਦੀ ਸੀ, ਰਮਨ ਭਾਜੀ ਆਏ ਸੀਗੇ ਉਦੋਂ, ਗੱਲ ਚੱਲਦੀ ਸੀਗੀ, ਆਪਾਂ ਗੱਲ ਕਰਦੇ ਨੇ ਚਲੋ 2003, 4, 5 ਦੇ ਨੇੜੇ ਸੀਗਾ ਵੀ ਜਿਹੜਾ 4, 5, 6 ਤੱਕ ਵੀ ਇੰਟਰਸਟ ਰੇਟ ਸੀਗਾ, ਬਟ ਉਸ ਟਾਈਮ ਇੱਕ ਚੰਗੇ 2700 ਸਕੁਅਰ ਫੀਟ ਡਿਟੈਚ ਘਰ ਦੀ ਜਿਹੜੀ ਪ੍ਰਾਈਸ ਸੀ ਉਹ 3 ਲੱਖ, 3.25 ਲੱਖ ਸੀ, ਤੇ ਅੱਜ ਉਸ ਘਰ ਦੀ ਕੀਮਤ ਅਰਾਊਂਡ 13 ਲੱਖ ਤੋਂ 14 ਲੱਖ 15 ਲੱਖ ਆ ਉਸ ਇੰਟਰਸਟ ਰੇਟ ਨੂੰ ਤੇ ਇਸ ਇੰਟਰਸਟ ਰੇਟ ਤੇ, ਹਨਾ। ਸੋ ਬੜਾ ਵੱਡੀ ਆ ਇਹ ਜੀ ਮਾਰਜਨ, ਇਹ ਜਿਹੜਾ ਬੜਾ ਉਸ ਟਾਈਮ ਏਡੇ ਇੰਟਰਸਟ ਰੇਟ ਨੂੰ ਆਪਾਂ ਸਰਵਾਈਵ ਕਰ ਸਕਦੇ ਸੀ। ਮੇਰੇ ਖਿਆਲ ਨਾਲ ਅੱਜ ਦੀ ਡੇਟ 'ਚ ਉਹ ਹਾਰਡ ਆ, ਤੇ ਬਾਕੀ ਇਹਦੇ ਬਾਰੇ ਪੀਕੇ ਜੀ ਦੱਸ ਦੇਣਗੇ। ਬਿਲਕੁਲ ਜੀ, ਮੈਂ ਇਹਦੀ ਗੱਲ ਜ਼ਰੂਰ ਦੱਸਾਂਗਾ ਤੁਹਾਨੂੰ ਕਿ ਸਾਈਜ਼ ਡਾਊਨ ਸਾਈਜ਼ ਹੁੰਦਾ ਜਾ ਰਿਹਾ ਜੀ, ਉਹ ਉੱਥੇ ਐਡਜਸਟਮੈਂਟ ਹੁੰਦੀ ਜਾ ਰਹੀ ਹੈਗੀ। ਉਹ ਆਦਤਾਂ ਵੱਡੀਆਂ 2-2 ਏਕੜ 2.5 ਏਕੜ ਤੋਂ ਘੱਟ ਕੇ ਫਿਰ ਰਹਿ ਗਈਆਂ 200 ਫੁੱਟ ਬਾਈ 200 ਫੁੱਟ, ਫਿਰ ਘੱਟ ਕੇ ਰਹਿ ਗਿਆ 70 ਫੁੱਟ ਬਾਈ 150 ਫੁੱਟ, ਫਿਰ ਘੱਟ ਕੇ ਰਹਿ ਗਿਆ 50 ਫੁੱਟ ਬਾਈ 100 ਫੁੱਟ, ਫਿਰ ਘੱਟ ਕੇ ਰਹਿ ਗਿਆ 30 ਫੁੱਟ ਬਾਈ 80 ਫੁੱਟ। ਮੈਨੂੰ ਯਾਦ ਹੈ 20-25 ਸਾਲ ਪਹਿਲੇ ਨਿਊਯਾਰਕ ਜਾ ਕੇ ਮੈਂ ਕਿਸੇ ਅਪਾਰਟਮੈਂਟ 'ਚ ਰਿਹਾ ਕਿਸੇ ਆਪਣੇ ਫਰੈਂਡ ਦੇ, ਤੇ ਬੜੇ ਹੈਰਾਨ ਹੋਏ ਕਿ ਯਾਰ ਇੰਨੇ ਛੋਟੇ ਅਪਾਰਟਮੈਂਟ ਕਿਸ ਤਰ੍ਹਾਂ ਰਹਿ ਲੈਂਦੇ ਆ ਨਿਊਯਾਰਕ ਦੇ ਅੰਦਰ। ਹੁਣ ਸਮਝ ਆ ਰਹੀ ਹੈ ਕਿਉਂ ਰਹਿ ਲੈਂਦੇ ਨੇ, ਕਿਉਂਕਿ ਉਸ ਵਕਤ ਉਸ ਜ਼ਮਾਨੇ 'ਚ ਵੀ ਮੇਰੇ 2-4 ਬੜੇ ਵੱਡੇ ਇਨਵੈਸਟਰ ਸੀਗੇ ਜਿਨ੍ਹਾਂ ਦਾ ਜਿਹੜਾ ਕਾਂਡੋ ਸੀਗਾ ਉੱਥੇ 3-3, 4-4 ਮਿਲੀਅਨ ਦਾ ਸੀਗਾ, ਲੇਕਿਨ ਇਹ ਛੋਟੇ ਕਾਂਡੋ ਇਸ ਕਰਕੇ ਰਹਿੰਦੇ ਸੀ ਕਿ ਹੈ ਹੀ ਨਹੀਂ ਸੀ, ਜਾਂ ਨਿਊ ਜਰਸੀ ਚਲੇ ਜਾਂਦੇ ਸੀਗੇ, ਨਿਊ ਜਰਸੀ, ਜਾਂ ਫਿਰ ਅਗਰ ਟੋਰਾਂਟੋ ਰਹਿੰਦੇ ਸੀ ਤੇ ਛੋਟੇ ਅਪਾਰਟਮੈਂਟ। ਹੁਣ ਸੇਮ ਚੀਜ਼, ਸੇਮ ਸਟੋਰੀ, ਸੇਮ ਪਿਕਚਰ ਸਾਨੂੰ ਡਾਊਨਟਾਊਨ ਨਜ਼ਰ ਆਉਂਦੀ ਹੈ। ਆਦਤਾਂ ਬਦਲ ਗਈਆਂ। ਕੈਨ ਯੂ ਬਿਲੀਵ, ਮੇਰਾ ਇੱਕ ਸਟੂਡੀਓ ਅਪਾਰਟਮੈਂਟ ਹੈਗਾ 296 ਫੁੱਟ ਦਾ ਹੈਗਾ, 300 ਫੁੱਟ ਦਾ ਵੀ ਨਹੀਂ ਹੈਗਾ ਸਰ, 296 ਸਕੁਅਰ ਫੀਟ, ਮਤਲਬ ਹੋਟਲ 5 ਸਟਾਰ ਹੋਟਲ ਦਾ ਜਿਹੜਾ ਰੂਮ ਹੁੰਦਾ ਉਸ ਤੋਂ ਵੀ ਛੋਟਾ। ਲੋਕੀ ਰਹਿ ਰਹੇ ਨੇ ਔਰ ਬੜੇ ਖੁਸ਼ੀ ਨਾਲ ਰਹਿ ਰਹੇ ਨੇ। ਇਹ ਵੀ ਨਹੀਂ ਕਿ ਵੀ ਮਜਬੂਰੀ ਰਹਿਣੇ, ਦੇ ਇੰਜੋਏ। ਥੱਲੇ ਪੀਜ਼ਾ ਵਾਲੀ ਲਾਈਫ ਹੋ ਗਈ, ਪੀਜ਼ਾ 버ਗਰ ਦੀ ਲਾਈਫ ਹੋ ਗਈ, ਲਾਈਫ ਸਟਾਈਲ ਚੇਂਜ ਹੋ ਗਈ, ਅਫੋਰਡ ਨਹੀਂ ਕਰ ਸਕਦੇ, ਲੇਕਿਨ ਘਰ ਲੈਣਾ ਜ਼ਰੂਰੀ ਹੈਗਾ। ਅਸੀਂ ਹੁਣ ਵੀ ਅਗਰ ਉਹ ਨਕਲ ਕਰਦੇ ਰਹੀਏ ਕਿ ਮੇਰੀ ਮਾਸੀ ਕੋਲ ਇੰਨਾ ਵੱਡਾ ਘਰ ਹੈ ਤੇ ਮੇਰੇ ਅੰਕਲ ਕੋਲ ਇੰਨਾ ਵੱਡਾ ਘਰ ਹੈ, ਉਹ ਮਾਸੀ ਅੰਕਲ ਵੀ ਤੁਹਾਡੇ ਕੋਲ 40 ਸਾਲ ਵੱਡੇ ਨੇ ਤੇ ਉਸ ਜ਼ਮਾਨੇ ਲੈਂਦੇ ਸੀਗੇ। ਅੱਜ ਦੇ ਲਾਈਫ ਸਟਾਈਲ ਨਾਲ ਰਹਿ ਲਓ, ਜਾਂ ਕੋਨੋਰਸ਼ਿਪ ਕਰ ਲਓ, ਜਾਂ ਅਪਾਰਟਮੈਂਟ 'ਚ ਰਹਿ ਲਓ, ਜਾਂ ਛੋਟੇ ਜਿਹੇ ਘਰ 'ਚ ਰਹਿ ਲਓ, ਇਹੀ ਹੱਲ ਹੈਗਾ ਜੀ। ਅਦਰਵਾਈਜ਼ ਸੇਮ ਚੀਜ਼ ਤੇ ਨਹੀਂ ਰਹਿ ਸਕਦੇ, ਇਸ ਤਰ੍ਹਾਂ ਵਕਤ ਬਦਲਦਾ ਰਹਿੰਦਾ ਹੈਗਾ। ਜੀ ਮੋਗਾ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ ਫਾਈਨੈਂਸ਼ੀਅਲ ਦੇ ਉੱਤੇ? ਮੈਂ ਇਹ ਕਹਿਣਾ ਚਾਹਾਂਗਾ, ਠੀਕ ਹੈ ਕਰਮਵੀਰ ਜੀ, ਤੁਸੀਂ ਗੱਲ ਤਾਂ ਸਹੀ ਕਹਿ ਰਹੇ ਹੋ, ਕਿਉਂਕਿ ਕੰਬਸ਼ਨ ਇੰਜਨ ਜਿਹੜਾ ਹੁੰਦਾ ਹੈ ਉਹ ਬਣਨਾ ਤੇ ਇਲੈਕਟ੍ਰਿਕ ਕਾਰ ਵਾਸਤੇ ਬੈਟਰੀਆਂ ਲਗਾਉਣਾ, ਆਈ ਨੋ ਇੰਨਾ ਕੁਛ ਉਹਦੇ 'ਚ ਨਹੀਂ ਜਾ ਰਿਹਾ ਜਿੰਨਾ ਕਿ ਪਹਿਲਾਂ ਕਾਰਸ ਜਾਂਦਾ ਸੀਗਾ, ਲੇਕਿਨ ਫਿਰ ਵੀ ਜੌਬਸ ਤਾਂ ਕ੍ਰੀਏਟ ਹੋ। ਅਗਰ ਫੈਕਟਰੀ ਨਵੀਂ ਲੱਗਦੀ ਪਈ ਹੈ ਤਾਂ ਉੱਥੇ ਉਹਨੂੰ ਬਣਾਉਣ ਵਾਸਤੇ ਕੁਛ ਲੋਕ ਤਾਂ ਆਉਣਗੇ ਹੀ ਨਾ, ਕੁਛ ਜੌਬਸ ਤਾਂ ਕ੍ਰੀਏਟ ਹੋਣਗੀਆਂ, ਤਾਂ ਜੌਬਸ ਤਾਂ ਕ੍ਰੀਏਟ ਹੋਣਗੀਆਂ। ਇਹ ਕਹਿਣਾ ਕਿ ਓਨੀਆਂ ਜੌਬਸ ਕ੍ਰੀਏਟ ਹੋ ਜਾਣਗੀਆਂ ਜਿਹੜੀਆਂ ਕਿ ਪਹਿਲਾਂ ਜਿਵੇਂ ਚੱਲਦੀਆਂ ਸੀਗੀਆਂ, ਆਈ ਡੋਂਟ ਥਿੰਕ ਸੋ। ਫਿਰ ਤਾਂ ਮੇਰੇ ਖਿਆਲ ਯੁਧਵੀਰ ਜੀ ਇੰਜੀਨੀਅਰ ਨੇ, ਇਹਨਾਂ ਨੂੰ ਪਤਾ ਹੀ ਹੈ ਹਾਈਡਰੋ ਸੈਲ ਵੀ ਆਉਣ ਵਾਲਾ ਹੈ, ਤਾਂ ਇਲੈਕਟ੍ਰਿਕ ਤਾਂ ਮੈਂ ਇਹ ਸੋਚ ਰਿਹਾ ਕਿ ਇਹ ਸਿਰਫ 5-10 ਸਾਲ ਮੇਕ ਸ਼ਿਫਟ ਵਾਲੀ ਵਿੱਚ ਵਾਲੀ ਚੀਜ਼ ਹੈ ਜੀ। ਉਸ ਤੋਂ ਬਾਅਦ ਤਾਂ ਇਹ ਇਲੈਕਟ੍ਰਿਕ ਤੋਂ ਵੀ ਬਾਹਰ ਜਾਣ ਵਾਲਾ ਹੈ, ਕਿਉਂਕਿ ਹਾਈਡਰੋ ਸੈਲ ਔਰ ਇਹ ਜਿਹੜੀਆਂ ਚੀਜ਼ਾਂ ਨੇ ਉਹ ਜ਼ਿਆਦਾ ਇਹਨੂੰ ਪਾਵਰ ਕਰਨਗੀਆਂ ਕਾਰਸ ਨੂੰ ਆਉਣ ਵਾਲੇ ਟਾਈਮ 'ਚ। ਸੋ ਦੇਖਦੇ ਆ ਹੁੰਦਾ ਕੀ, ਲੇਕਿਨ ਜੌਬ ਜ਼ਰੂਰ ਕ੍ਰੀਏਟ ਹੋਣਗੀਆਂ। ਅੱਛਾ, ਇਹਦੇ 'ਚ ਮੈਂ ਕਰਮਵੀਰ ਸ਼ੇਰਗਿੱਲ ਸਾਹਿਬ ਗੱਲ ਥੋੜੀ ਜਿਹੀ ਜਿਹੜੀ ਮੈਂ ਕਰ ਰਿਹਾ ਨਾ, ਮੈਂ ਥੋੜੀ ਜਿਹੀ ਤੁਹਾਨੂੰ ਉਹਦੇ ਤੇ ਕਲੈਰਿਟੀ ਦੇ ਦਿੰਦਾ ਕਿ ਮੈਂ ਗੱਲ ਕੀ ਕਰ ਰਿਹਾ ਸੀਗਾ। ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਬਿਲੀਅਨਸ ਆਫ ਡਾਲਰ ਜਿਹੜੇ ਨੇ ਇਹ ਮਾਰਕੀਟ ਗਰੋ ਕਰੇਗੀ। ਧਿਆਨ ਨਾਲ ਮੇਰੀ ਗੱਲ ਫਿਰ ਦੁਬਾਰਾ ਤੋਂ ਸਮਝਣਾ ਕਿ ਇਸ ਸੈਕਟਰ ਜਿਹੜੀ ਇਲੈਕਟ੍ਰਿਕ ਵਹੀਕਲ ਦੀ ਮਾਰਕੀਟ ਹੈ, ਇਹਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਗਰੋਥ ਹੈ, ਔਰ ਇਹਦੇ ਵਿੱਚ ਇਸ ਸੈਕਟਰ ਦੇ ਵਿੱਚ 2.5 ਲੱਖ ਦੇ ਆਸ-ਪਾਸ ਨੌਕਰੀਆਂ ਕ੍ਰੀਏਟ ਹੋਣਗੀਆਂ। ਹੁਣ ਜਿਹੜਾ ਇਲੈਕਟ੍ਰਿਕ ਵਹੀਕਲਸ ਦਾ ਸੈਕਟਰ ਹੈ ਉਹਦੇ 'ਚ ਨੌਕਰੀਆਂ ਕ੍ਰੀਏਟ ਹੋਣਗੀਆਂ, ਲੇਕਿਨ ਜੇ ਅਸੀਂ ਕਹੀਏ ਕਿ ਹਾਂਜੀ ਜਿਹੜੀ ਦੂਸਰਾ ਰੈਗੂਲਰ ਸੈਕਟਰ ਹੈ ਉਹਦੇ ਵਿੱਚ ਜੌਬਸ ਜਾਣਗੀਆਂ, ਬਿਲਕੁਲ ਜਾਣਗੀਆਂ, ਕਿਉਂਕਿ ਕਾਰਨ ਬੜਾ ਸਾਫ਼ ਹੈ ਕਿ ਜੇ ਤੁਸੀਂ ਅੱਜ ਅਸੈਂਬਲੀ ਲਾਈਨ 'ਚ ਚਲੇ ਜਾਓ, ਮੈਂ ਤੇ ਖੁਦ ਕਿਉਂਕਿ ਆਟੋ ਸੈਕਟਰ 'ਚ ਮੈਂ ਇੰਜੀਨੀਅਰਿੰਗ ਤੋਂ ਬਾਅਦ ਆਟੋ ਸੈਕਟਰ 'ਚ ਜੌਬ ਕੀਤੀ ਹੈ, ਅਸੈਂਬਲੀ ਲਾਈਨਸ ਬੜੀ ਕਲੋਜ਼ਲੀ ਸਟੱਡੀ ਕੀਤੀਆਂ ਨੇ ਉਸ ਸਮੇਂ ਜਦੋਂ ਮੈਂ ਇਹਦੇ ਵਿੱਚ ਜੌਬ ਕਰਦਾ ਸੀ, ਤੇ ਸਰ ਤਕਰੀਬਨ ਤੁਸੀਂ ਲਾਓ ਵੀ 40% ਘੱਟ ਸਮੇਂ ਲੱਗਦਾ ਹੈ ਇੱਕ ਇਲੈਕਟ੍ਰਿਕ ਵਹੀਕਲ ਨੂੰ ਅਸੈਂਬਲ ਕਰਨ ਵਾਸਤੇ। ਜੇ 40% ਘੱਟ ਸਮੇਂ ਲੱਗਦਾ ਹੈ, ਘੱਟ ਪਾਰਟ ਚਾਹੀਦੇ ਨੇ ਤੁਹਾਨੂੰ, ਤੇ ਜ਼ਾਹਿਰ ਜੀ ਗੱਲ ਹੈ ਕਿ ਉਹਦੇ ਵਾਸਤੇ ਜੌਬਸ ਘਟਣਗੀਆਂ ਰੈਗੂਲਰ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ, ਠੀਕ ਹੈ ਜੀ। ਸੋ ਲੇਕਿਨ
ਲੇਕਿਨ ਇਹਦੇ ਨਾਲ ਕੀ ਹੈ ਕਿ ਜਿਹੜੇ ਕਈ ਏਰੀਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿੱਦਾਂ ਫਰਜ਼ ਕਰ ਲਓ ਵੀ ਜਿੱਥੇ ਇਲੈਕਟ੍ਰਿਕ ਸਟੇਸ਼ਨਸ ਲਗਾਉਣੇ ਨੇ, ਠੀਕ ਹੈ, ਚਾਰਜਿੰਗ ਸਟੇਸ਼ਨਸ ਹੈ, ਉਹਦੇ ਵਿੱਚ ਨੌਕਰੀਆਂ ਜ਼ਿਆਦਾ ਕ੍ਰੀਏਟ ਹੋਣਗੀਆਂ, ਔਰ ਜਿਹੜੇ ਨਵੇਂ ਅਸੈਂਬਲੀ ਪਲਾਂਟਸ ਲੱਗਣਗੇ ਉਹਦੇ ਵਿੱਚ ਕ੍ਰੀਏਟ ਹੋਣਗੀਆਂ। ਓਵਰਆਲ ਕੀ ਇਹ ਬੈਲੈਂਸ ਹੋਏਗਾ? ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਨਹੀਂ, ਨੌਕਰੀਆਂ ਜ਼ਿਆਦਾ ਜਾਣਗੀਆਂ ਔਰ ਜਿਹੜੀਆਂ ਕ੍ਰੀਏਟ ਹੋਣਗੀਆਂ ਉਹ ਥੋੜੀ ਜਿਹੀਆਂ ਘੱਟ ਕ੍ਰੀਏਟ ਹੋਣਗੀਆਂ। ਮਤਲਬ ਪਰ ਜੇ ਤੁਸੀਂ ਕਹੋ ਕਿ ਬਹੁਤ ਜ਼ਿਆਦਾ ਫਰਕ ਪੈ ਜਾਏਗਾ ਜੀ, ਨਹੀਂ, ਐਸਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਜੀ। ਠੀਕ ਹੈ ਜੀ, ਬਸ ਆਹ ਹੀ ਕਲੀਅਰ ਹੋ ਗਿਆ ਜੀ। ਬਿਲਕੁਲ ਮੈਂ ਵੀ ਨਹੀਂ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੀ, ਹਾਂ 40% ਘੱਟ। ਔਰ ਇਹਦੇ 'ਚ ਰਿਪੇਅਰ ਵੀ ਘੱਟ ਹੁੰਦੀ ਹੈ ਕਰਮਵੀਰ ਸ਼ੇਰਗਿੱਲ ਸਾਹਿਬ, ਇਹਦੇ 'ਚ ਰਿਪੇਅਰ ਵੀ ਕਰਮਵੀਰ ਸ਼ੇਰਗਿੱਲ ਸਾਹਿਬ ਘੱਟ ਹੁੰਦੀ ਹੈ, ਈਵਨ ਮਕੈਨਿਕਸ ਦੀ ਵੀ ਘੱਟ, ਕਿਉਂਕਿ ਇਹਦੇ ਇੰਨੀ ਜਲਦੀ ਗੱਡੀ ਖਰਾਬ ਨਹੀਂ ਹੁੰਦੀ, ਔਰ ਜੇ ਗੱਡੀ ਖਰਾਬ ਹੋ ਜਾਏ ਤਾਂ ਰਿਪੇਅਰ ਵੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਜਿਹੜੀ ਇਲੈਕਟ੍ਰਿਕ ਵਹੀਕਲ ਹੈ। ਸੋ ਇਹਦੇ ਵਿੱਚ ਜਿਹੜੇ ਡੀਲਰਸ਼ਿਪਸ, ਜੇ ਅਸੀਂ ਵੱਖ-ਵੱਖ ਡੀਲਰਸ਼ਿਪਸ ਦੀ ਗੱਲ ਕਰੀਏ, ਉੱਥੇ ਜਿਹੜੇ ਮਕੈਨਿਕ ਕੰਮ ਕਰਦੇ ਆ ਉਹਦੀ ਵੀ ਘੱਟ ਜ਼रूरत पड़ेगी। हाँ जी, नेक्स्ट कॉल हिमांशु जी, आप ऑन दे रहे हैं। हिमांशु जी को है। हाँ जी सर जी, नमस्कार आपको, मोगा जी को, और अपने अग्रवाल साहब को भी नमस्कार, सत श्री अकाल जी। नमस्कार सर जी, सत श्री अकाल जी। हाँ जी सर जी, मेरा आप मतलब अपने दोनों एक्सपर्ट के लिए एक थोड़ी क्वेश्चन है, लेकिन मैं पूछना चाहता हूँ मेरे नॉलेज बढ़ाने के लिए कि जिस हिसाब से घरों की कीमत बढ़ रही है और ये जो बड़े बड़े घर हैं इसके ऊपर जो इसकी प्राइस आज $1 मिलियन से ऊपर, आप कह लो कि 15 लाख से ऊपर की हो चुकी है, तो क्या आने वाले टाइम में, आने वाले 20-25 साल में ये जो बड़े घर है उनका क्या होगा, और जो नई जनरेशन है वो क्या नए घर में इंटरेस्ट रखती है? पीके सब्बरवाल जी इसका मुझे थोड़ा बता सकते हैं कि आजकल की नई जनरेशन है वो कॉन्डो में ज्यादा इंटरेस्ट है कि ये जो बड़े बड़े मैंशंस है 2000 स्क्वायर के ऊपर वाले घरों में उनकी इंटरेस्ट ज्यादा है? अगर नहीं है तो फिर आने वाले टाइम में इनका क्या असर होगा? वेरी गुड क्वेश्चन। हाँ जी पीके जी, मैं भी जानना चाहता हूँ। बिल्कुल ठीक कह रहे हैं जी, बिल्कुल ठीक कह रहे हैं। ये बड़े बड़े जो घर है सारे, ये जो नई जनरेशन है पहले मिलेनियम्स, ये बड़े घरों में जाना ही नहीं चाहते, ये सिरदर्दी नहीं लेना चाहते। ये स्नो की सिरदर्दी, ग्लास कटिंग की सिरदर्दी, मेंटेनेंस की सिरदर्दी लेना, ये लोग इतने बिजी हैं, जो तो इनके अंदर मल्टीनेशनल काम कर रहे हैं, उनको तो अपने बीवी बच्चों की शक्ल देखना भी उनको बस वो टाइम नहीं है, इतने बिजी हैं। मैं ज्यादा बात क्या करता हूँ, मेरी जो बहू है, मेरे बेटे की जो वाइफ है, शी इज चार्टर्ड अकाउंटेंट, मशीन मल्टीनेशनल कंपनी के साथ है, फुर्सत ही नहीं है। मेरे घर में है, उसके बाद भी फुर्सत नहीं है। बोलो जॉब छोड़ दो, कहते नहीं मेरा शौक है। अब ये लोग जो क्या है, अपार्टमेंट में ही रहेंगे और कुछ कर ही नहीं सकते, और बड़े खुश हमारा है कि उनको वो वाली लाइफ चाहिए। सवेरे उठे थे लहर के किनारे, लेक के किनारे बैठ गए, नीचे उतरे खाना खा लिया या ऑर्डर दिया तो ऊपर खाना आ गया। इनका लाइफ स्टाइल ही चेंज है। बाकी 15 लाख वाली घर की बात उसके पहले मैं एक बात और करना चाहूंगा। अभी भी 5-5, अभी मेरे एक एजेंट ने किसी को 5,25,000 का घर लेके दिया हैमिल्टन के अंदर, 5,25,000 का मिल रहे हैं, पर हम लेना नहीं चाहते, क्योंकि जो वो भी एक जनरेशन है, वो भी एक है जो अभी भी बड़े बड़े घरों में जाना चाहते हैं, पर अफोर्ड नहीं कर सकते, क्योंकि उनको पुरानी आदतें पड़ी हुई है हिंदुस्तान की, पाकिस्तान की, कि हमने बड़े बड़े घरों में रहना है, और वो इस चक्कर में रह भी नहीं पाते और छोड़ भी नहीं पाते, लटके हुए हैं। डिसाइड करो भाई, जब नहीं रह पाते तो छोटे में रह लो, पर रहना वो बड़ों में। अब इन बड़े घरों का क्या होगा, ये रिपोर्ट आ गई, आप देख लीजिए, इनकी वो सब डिवीजन अलाउ कर रहे हैं, इनका टुकड़े अलाउ कर रहे हैं, धीरे धीरे इनके अंदर जो कोई 2 एकड़ का घर है उसके अंदर ये आपको अलाउ कर रहे हैं 20 टाउन होम बनाने। ये डेंसिटी के लिए ऊपर तो बड़ी भारी डिबेट चल पड़ी है, और ये होगा, कोई रोक ही नहीं सकता उसको, ये होगा, कोई नहीं रोक सकता उसको, और ये इसके अंदर मल्टीपल घर, मल्टीपल यूनिट्स बनेंगे सर। और फिर भी बड़े खत्म नहीं हुआ करते, अभी भी देखो ना यूएस वगैरह में भी, और अभी भी बहुत बड़े बड़े घर हैं, हर जगह रहेंगे। जैसे आपका कैसल रोड का एरिया है, वहां पर जैसे कहते हैं अगर वो रूल आएगा तो सबके लिए हम 4 टाउन बना लेते हैं, बाकी घर छोड़ देते हैं, पूरा रूल तो सबके लिए आएगा तो, और ये चेंज होगा, नोबडी कैन स्टॉप इट जी। ਇਹ ਬੜੀ ਇੰਟਰਸਟਿੰਗ ਡਿਸਕਸ਼ਨ ਹੈ, ਕਾਲਰਸ ਰਿਕੁਐਸਟ ਹੈ ਕਿ ਗੱਲ ਜਾਰੀ ਰਹੇਗੀ ਸਰ। ਮੇਰੇ ਵੀ ਇਸ ਤੇ ਕੁਝ ਕੁਐਸਚਨ ਹੈਗੇ ਨੇ, ਕਿਉਂਕਿ ਇਹ ਸਵਾਲ ਹਰ ਕੋਈ ਪੁੱਛਦਾ ਹੈ ਕਿ ਜਿਹੜੇ ਬੜੇ ਘਰ ਅੱਜ, ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤੇ ਸਾਡਾ ਇੱਥੇ GTA 'ਚ ਜਿਹੜਾ ਘਰ ਕਿਸੇ ਨੇ 4 ਮਿਲੀਅਨ ਦਾ ਲਿਆ, 3 ਮਿਲੀਅਨ ਦਾ ਲਿਆ, 3 ਮਿਲੀਅਨ, 4 ਮਿਲੀਅਨ, 2.5 ਮਿਲੀਅਨ ਵੀ ਲਗਾਓ, ਸੋ 2.5 ਮਿਲੀਅਨ, 3 ਮਿਲੀਅਨ, 4 ਮਿਲੀਅਨ, 5 ਮਿਲੀਅਨ ਵਾਲੇ ਜਿਹੜੇ ਘਰ ਨੇ, ਕੀ ਇਹਨਾਂ ਦੀ ਕੀਮਤ ਵਧੇਗੀ ਨਹੀਂ ਵਧੇਗੀ? ਵੈਰੀ ਇੰਟਰਸਟਿੰਗ क्वेश्चन। ਇਹ ਤੇ ਗੱਲ ਜਾਰੀ ਰਹੇਗੀ। पीके जी 30 सेकंड ले लो, कोई प्रोजेक्ट है या कुछ है, पहले अनाउंस कर दो सर। पहले बहुत इंटरेस्टिंग एक प्रोजेक्ट अभी आ रहा है, 24 तारीख को लॉन्च हो रहा है। बिल्कुल इसकी लोकेशन आप सुन के हैरान हो जाओगे, सबको इंतजार होती है। यंग एंड डंडास ईटन सेंटर, 8 एल्म 69 स्टोरी बिल्डिंग, और ये कैपिटल डेवलपमेंट वाले और रिजर्व प्रॉपर्टीज वाले लेके आ रहे हैं। इसके बारे में बात करते हैं, टाइम शॉर्ट है, 2027 में इसकी क्लोजिंग है। इस प्रोजेक्ट की बात अगले प्रोग्राम में करते हैं। वेरी इंटरेस्टिंग, बहुत ज्यादा इस मामले में हम लोग थ्रू हमारी पूरी ऑफिस काम कर रहा है इसके ऊपर। विल डिस्कस इन द नेक्स्ट प्रोग्राम 8 एल्म, जिसकी लॉन्चिंग 24 सितंबर को अभी 2-3 दिन बाद हो रही है जी। सर फोन नंबर क्विकली, फोन नंबर
647-299-4757। थैंक यू जी।